Hello students. Today our topic of discussion is application of colloids. This is the last topic of this chapter. ਅੱਜ ਅਸੀਂ applications of colloid ਬਾਰੇ ਡਿਸਕਸ ਕਰਾਂਗੇ। ਡੇਲੀ ਲਾਈਫ ਦੇ ਵਿੱਚ ਕਿਹੜੀ ਐਪਲੀਕੇਸ਼ਨਸ ਹੈ, ਇੰਡਸਟਰੀਅਲ ਐਪਲੀਕੇਸ਼ਨਸ ਕਿਆ ਹੈ, ਉਹ ਸਾਰੀਆਂ ਅੱਜ ਅਸੀਂ ਡਿਸਕਸ ਕਰਾਂਗੇ। ਫਸਟ ਇਜ਼ ਮੈਡੀਸਿਨਸ। ਕਾफ़ी ਇਹੋ ਜਿਹੀਆਂ ਮੈਡੀਸਿਨਸ ਹੈ ਜਿਹੜੀਆਂ ਅਸੀਂ ਯੂਜ਼ ਕਰਦੇ ਦੈਟ ਆਰ ਇਮਰਸ਼ਨ। ਮੋਸਟ ਆਫ ਦ ਮੈਡੀਸਿਨਸ ਯੂਜ਼ਡ ਆਰ ਇਨ ਕੋਲਾਈਡਲ ਫਾਰਮ। ਉਹ ਜ਼ਿਆਦਾਤਰ ਕੋਲਾਈਡਲ ਫਾਰਮ ਦੇ ਵਿੱਚ ਹੁੰਦੀ ਕਿਉਂਕਿ ਇਹ ਈਜ਼ੀਲੀ ਜਿਹੜਾ ਹੈ ਉਹ ਸਾਡੀ ਬੋਡੀ ਦੇ ਵਿੱਚ ਐਸੀਮੀਲੇਟ ਹੋ ਸਕਦੀ ਹੈ। ਠੀਕ ਹੈ, ਫॉर एग्जांपल ਅਰੇਗਰੋਲ, ਇਹ ਸਿਲਵਰ ਸੋਲ ਹੁੰਦੀ। ਦਿਸ ਇਜ਼ ਅ ਸਿਲਵਰ ਸੋਲ ਐਂਡ ਇਟ ਇਜ਼ ਯੂਜ਼ਡ ਐਜ਼ ਆਈ ਲੋਸ਼ਨ। ਇਹ ਆਈ ਲੋਸ਼ਨ ਦੇ ਤੌਰ 'ਤੇ ਯੂਜ਼ ਹੁੰਦੀ ਹੈ। ਉਸ ਤੋਂ ਇਲਾਵਾ ਐਂਟੀਮਨੀ ਹੈ ਕੋਲਾਈਡਲ ਫਾਰਮ ਦੇ ਵਿੱਚ, that is used for the curing काला आजार, कोलाइडल एंटीमनी। ठीक है, उस तो इलावा सोल ऑफ गोल्ड, that is used for इंट्रामस्कुलर इंजैक्शंस के तौर पर यूज़ होंगी है। उस तो इलावा मिल्क ऑफ मैगनीसिया, ये बारे तुसी सुनिया भी होना। ये इमल्शन है एंड इट इज़ यूजड एज एंटा एसिड्स। यू नो दैट एंटा एसिड्स क्या होंगे जिहड़े कि स्टमक एसिडिटी नूं रिमूव करने वास्ते यूज़ करते हैं। ठीक है जी। सो काफ़ी सारिया ज़्यादातर मैडिसिनस जिहड़ियां हुंदियां वो किहड़ी फॉर्म दे विच हुंदियां हैगियां, कोलाइडल फॉर्म दे विच हुंदियां हैगियां। नैक्सट एप्लीकेशन इज़ फूड आर्टिकल्स। कैन यू नेम एनी फूड आर्टिकल विच इज़ कोलाइड? कॉमन एग्जाम्पल मिल्क, बटर, ठीक है, आइसक्रीम्स, फ्रूट जूसेस, ये सारे ही क्या है, दीज आर कोलाइड्स। ये कोलाइड्स है जिहड़े फूड आर्टिकल्स असी खांदे हैं। ठीक है, नैक्सट इज फोग, मिस्ट एंड क्लाउड्स। धुंध है, ठीक है, बदल है, ये सारे भी क्या है, दे आर कोलाइड्स। ये कोलाइड्स हुंदे हैगे। ठीक है, सर्दियों च जिहड़ी ਜਿਹਨੂੰ ਅਸੀਂ ਤਰੇਲ ਕਹਿੰਦੇ ਪੰਜਾਬੀ ਦੇ ਵਿੱਚ, ਮਿਸਟ ਜਿਹੜੀ ਹੈ ਉਹ ਹੋ ਜਾਂਦੀ ਇਕੱਠੀ, ਜਾਂ ਉਹਦੇ ਵਿੱਚ ਜਿਹੜੇ ਡ੍ਰੌਪਲੇਟਸ ਹੁੰਦੇ ਹੈਗੇ ਦੈਟ ਇਜ਼ ਆਫ ਕੋਲਾਈਡਲ ਸਾਈਜ਼। ਕਲਾਊਡਸ ਜਿਹੜੇ ਹੈ ਦੈਟ ਆਰ ਆਫ ਕੋਲਾਈਡਲ ਸਾਈਜ਼, ਜਿਹਦੇ ਵਿੱਚ ਜਿਹੜੇ ਛੋਟੇ ਛੋਟੇ ਸਮੋਲ ਵਾਟਰ ਡ੍ਰੌਪਲੇਟਸ ਹੁੰਦੇ ਜਿਨ੍ਹਾਂ ਦਾ ਸਾਈਜ਼ ਜਿਹੜਾ ਹੈ ਉਹ ਕੋਲਾਈਡਲ ਰੇਂਜ ਦੇ ਵਿੱਚ ਹੁੰਦਾ। ਠੀਕ ਹੈ, ਠੀਕ ਹੈ। ਨੈਕਸਟ ਇਜ਼ ਆਰਟੀਫਿਸ਼ੀਅਲ ਰੇਨ। ਇਹ ਤੋਂ ਧਿਆਨ ਨਾਲ ਦੇਖਣਾ ਤੁਸੀਂ। ਆਰਟੀਫਿਸ਼ੀਅਲ ਰੇਨ ਇਸ ਕਾफ़ी ਕੋਮਨ ਹੈ ਫੋਰਨ ਕੰਟਰੀਜ਼ ਦੇ ਵਿੱਚ, ਜਿੱਥੇ ਜਿਨ੍ਹਾਂ ਏਰੀਆਜ਼ ਦੇ ਵਿੱਚ ਬਾਰਿਸ਼ ਈਜ਼ੀਲੀ ਨਹੀਂ ਹੁੰਦੀ ਹੈਗੀ ਉੱਥੇ ਆਰਟੀਫਿਸ਼ੀਅਲ ਰੇਨ ਕਰਵਾਈ ਜਾਂਦੀ। ਆਸਟ੍ਰੇਲੀਆ, ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਕਾਮਨ ਹੈ ਆਰਟੀਫਿਸ਼ੀਅਲ ਰੇਨ। ਇਹਦੇ ਵਿੱਚ ਕੀ ਕਰਦੇ, ਆਰਟੀਫਿਸ਼ੀਅਲ ਰੇਨ ਹੁਣ ਦੇਖੋ ਕਿੱਦਾਂ ਹੁੰਦੀ। ਕਲਾਊਡਸ ਕੀ ਹੈ, ਕਲਾਊਡਸ ਆਰ ਕੋਲਾਈਡਸ। ਇਹ ਕੋਲਾਈਡਲ ਸੋਲਿਊਸ਼ਨਸ ਹੈ, ਕੋਲਾਈਡਲ ਸੋਲਸ ਹੈ। ਜਦੋਂ ਕੋਲਾਈਡਲ ਸੋਲ ਦੇ ਵਿੱਚ ਇਲੈਕਟ੍ਰੋਲਾਈਟ ਐਡ ਕੀਤਾ ਜਾਏਗਾ ਤਾਂ ਕਿਆ ਹੋਏਗੀ, ਕੋਗੂਲੇਸ਼ਨ। ਕੋਗੂਲੇਸ਼ਨ ਆ ਵਾਟਰ ਡ੍ਰੌਪਲੇਟਸ ਇਕੱਠੀਆਂ ਹੋ ਜਾਂਦੀਆਂ, ਜਿੱਦਾਂ ਕੋਲਾਈਡਲ ਪਾਰਟੀਕਲਸ ਕੋਗੂਲੇਸ਼ਨ 'ਤੇ ਇਕੱਠੇ ਹੋ ਜਾਂਦੇ, ਐਗਰੀਗੇਟ ਕਰ ਜਾਂਦੇ। ਉਸੀ ਤਰ੍ਹਾਂ ਜਦੋਂ ਅਸੀਂ ਕਲਾਊਡਸ ਦੇ ਵਿੱਚ ਕੋਈ ਵੀ ਇਲੈਕਟ੍ਰੋਲਾਈਟ ਐਡ ਕਰਾਂਗੇ ਤਾਂ ਉਹਦੇ ਜਿਹੜੇ ਵਾਟਰ ਡ੍ਰੌਪਲੇਟਸ ਜਿਨ੍ਹਾਂ ਦਾ ਸਾਈਜ਼ ਕੋਲਾਈਡਲ ਸਾਈਜ਼ ਦੇ ਰੇਂਜ ਦੇ ਵਿੱਚ ਹੈ ਉਹ ਆਪਸ ਕਿਆ ਹੋ ਜਾਣਗੇ, ਐਗਰੀਗੇਟ ਹੋ ਜਾਣਗੇ। ਜੇ ਇਕੱਠੇ ਹੋ ਜਾਂਦੇ ਤਾਂ ਕਲਾਊਡ ਹੈਵੀ ਹੋ ਜਾਏਗਾ, ਫਿਰ ਉਹਦੇ ਨਾਲ ਕਿਆ ਕੌਜ਼ ਹੋ ਜਾਏਗੀ, ਬਾਰਿਸ਼ ਹੋ ਜਾਏਗੀ। ਸੋ ਇਸ ਤਰ੍ਹਾਂ ਆਰਟੀਫਿਸ਼ੀਅਲ ਰੇਨ ਜਿਹੜੀ ਹੈ ਉਹ ਕੀਤੀ ਜਾਂਦੀ। ਇਹਦੇ ਵਿੱਚ ਆਪੋਜ਼ਿਟਲੀ ਚਾਰਜ ਕੋਲਾਈਡਲ ਡਸਟ ਜਾਂ ਸੈਂਡ ਪਾਰਟੀਕਲਸ ਜਾਂ ਸੌਲਟ ਵਗੈਰਾ ਜਿਹੜਾ ਹੈ ਉਹ ਕਲਾਊਡਸ ਦੇ ਉੱਪਰ ਸਪਰੇ ਕੀਤਾ ਜਾਂਦਾ, ਜਿਹਦੇ ਨਾਲ ਕੋਗੂਲੇਸ਼ਨ ਹੋ ਜਾਂਦੀ ਅਤੇ ਕਿਆ ਹੋ ਜਾਂਦੀ, ਬਾਰਿਸ਼ ਹੋ ਜਾਂਦੀ। ਨੈਕਸਟ ਐਪਲੀਕੇਸ਼ਨ ਇਜ਼ ਫਾਰਮੇਸ਼ਨ ਆਫ ਡੈਲਟਾਸ। ਡੈਲਟਾਸ ਤੁਸੀਂ ਆਪਣੀ ਸੋਸ਼ਲ ਸਾਇੰਸ ਦੇ ਵਿੱਚ ਸੁਣੇ ਹੋਣੇ। ਡੈਲਟਾਸ ਕਿਆ ਹੁੰਦੇ, ਜਿੱਥੇ ਸਮੁੰਦਰ ਅਤੇ ਨਹਿਰਾਂ ਜਾਂ ਨਦੀਆਂ ਜਿਹੜੀਆਂ ਹੈ ਉਹ ਮਿਲਦੀਆਂ ਹੈ, ਮੀਟ ਕਰਦੀਆਂ, ਉੱਥੇ ਕਿਆ ਹੁੰਦੇ, ਉੱਥੇ ਮਿੱਟੀ ਦੇ ਕੁਛ ਪੋਰਸ਼ਨਸ ਬਣ ਜਾਂਦੇ ਜਿਨ੍ਹਾਂ ਨੂੰ ਅਸੀਂ ਕਿਆ ਕਹਿੰਦੇ ਆ ਕਿ ਡੈਲਟਾਸ। ਤੁਸੀਂ ਸੁਣੇ ਹੋਣੇ ਸੁੰਦਰਬਨ ਦੇ ਡੈਲਟਾਸ। ਸੁੰਦਰਬਨ ਦੇ ਡੈਲਟਾਸ ਉੱਥੇ ਹੈ ਜਿੱਥੇ ਬ੍ਰਹਮਪੁੱਤਰ ਨਦੀ ਜਿਹੜੀ ਹੈ ਉਹ ਬੇ ਆਫ ਬੰਗਾਲ ਦੇ ਨਾਲ ਮੀਟ ਕਰਦੀ ਹੈ। ਹੁਣ ਇਹ ਕਿਉਂ ਹੁੰਦਾ, ਜਿਹੜੀ ਰਿਵਰਸ ਹੈ, ਰਿਵਰ ਵਾਟਰ ਦੇ ਵਿੱਚ ਕਿਆ ਹੁੰਦੇ ਹੈਗੇ, ਦੇ ਕੰਟੇਨਸ ਕਿਆ ਹੋਣੇ, ਡਸਟ ਹੈ, ਠੀਕ ਹੈ, ਕੋਲਾਈਡਲ ਪਾਰਟੀਕਲਸ ਦੀ ਫਾਰਮ ਦੇ ਵਿੱਚ ਹੁੰਦੇ। ਤਾਂ ਇਟ ਮੀਨਸ ਰਿਵਰ ਵਾਟਰ ਇਜ਼ ਐਕਟਿੰਗ ਐਜ਼ ਅ ਕੋਲਾਈਡ। ਅਤੇ ਜਿਹੜੇ ਸਾਡੇ ਕੋਲ ਸੀ ਹੈ, ਸੀ ਕਿਆ ਹੈ,
सी ਜਿਹੜੇ ਹੈ ਉਹ ਕਾਹਦੇ ਨਾਲ ਭਰੇ ਵੇ, ਇਲੈਕਟ੍ਰੋਲਾइट्स ਨਾਲ ਭਰੇ ਵੇ, ਠੀਕ ਹੈ। ਦੇ ਆਰ ਦਾ ਸਟੋਰ ਹਾਊਸ ਆਫ ਇਲੈਕਟ੍ਰੋਲਾइट्स, ਠੀਕ ਹੈ। ਹੁਣ ਜਦੋਂ ਰਿਵਰ ਵਾਟਰ ਜੋ ਕਿ ਇੱਕ ਕੋਲਾਈਡ ਹੈ ਉਹ ਇਲੈਕਟ੍ਰੋਲਾइट ਦੇ ਨਾਲ ਮੀਟ ਕਰੇਗੀ ਤਾਂ ਕਿਆ ਹੋਏਗਾ, ਕੋਗੂਲੇਸ਼ਨ ਹੋਏਗੀ। ਕੋਗੂਲੇਸ਼ਨ ਨਾਲ ਸਾਰੇ ਕੋਲਾਈਡਲ ਪਾਰਟੀਕਲਸ ਕਿਆ ਹੋ ਜਾਣਗੇ, ਐਗਰੀਗੇਟ ਹੋ ਜਾਏਗੀ। ਜਦੋਂ ਐਗਰੀਗੇਟ ਹੁੰਦੇ ਇੱਕ ਜਗ੍ਹਾ ਤਾਂ ਉਹ ਇਸ ਫਾਰਮ ਦੇ ਵਿੱਚ ਇੱਕ ਮਿੱਟੀ ਦਾ ਆਈਲੈਂਡ ਜਿਹਾ ਬਣਾ ਲੈਂਦੀ, ਅਤੇ ਇਹ ਕਿਹੜੀ ਸ਼ੇਪ ਹੁੰਦੀ ਹੈਗੀ, ਡੈਲਟਾ। ਐਂਡ ਦੈਟਸ ਵਾਈ ਉਹ ਜਿਹੜੇ ਪੋਰਸ਼ਨਸ ਬਣਦੇ ਆ ਸੈਟਲ ਡਾਊਨ ਹੋਣ 'ਤੇ ਉਹਨਾਂ ਨੂੰ ਅਸੀਂ ਕਿਆ ਕਹਿੰਦੇ ਹੈਗੇ, ਉਹ ਹੀਪ ਜਿਹੜੇ ਬਣ ਜਾਂਦੇ, ਢੇਰ ਬਣ ਜਾਂਦੇ, ਉਹਨਾਂ ਨੂੰ ਅਸੀਂ ਕਿਆ ਕਹਿੰਦੇ, ਡੈਲਟਾਸ ਕਹਿੰਦੇ। ਐਂਡ ਇਟ ਇਜ਼ ਅ ਵੈਰੀ ਇੰਪੋਰਟੈਂਟ ਕੁਐਸਚਨ। ਫਾਰਮੇਸ਼ਨ ਆਫ ਡੈਲਟਾ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਡੈਲਟਾਸ ਕਿਉਂ ਬਣਦੇ ਹੈਗੇ। ਹੇਅਰ ਅਗੇਨ ਵੀ ਕੈਨ ਸੀ, ਦੇਖੋ ਇਹ ਕਿਆ ਹੈ, ਰਿਵਰ ਹੈ, ਰਿਵਰ ਆ ਰਹੀ ਹੈ, ਇਹ ਸੀ ਹੈ, ਜਿੱਥੇ ਦੋਨੇ ਮੀਟ ਕਰ ਰਹੇ। ਰਿਵਰ ਦੇ ਵਿੱਚ ਜਿਹੜੇ ਸੈਂਡ ਕਲੇ ਦੇ ਕੋਲਾਈਡਲ ਪਾਰਟੀਕਲਸ ਹੈ ਉਹ ਸੀ ਦੇ ਵਿੱਚ ਪ੍ਰੈਜ਼ੈਂਟ ਇਲੈਕਟ੍ਰੋਲਾइट ਕਰਕੇ ਕਿਆ ਹੋ ਗਏ, ਕੋਗੂਲੇਟ ਹੋ ਗਏ ਅਤੇ ਇਕੱਠੇ ਹੋ ਗਏ, ਅਤੇ ਕਿਸ ਸ਼ੇਪ 'ਚ ਇਕੱਠੇ ਹੋ ਗਏ, ਡੈਲਟਾ ਦੀ ਸ਼ੇਪ। ਦੈਟਸ ਵਾਈ ਦੇ ਆਰ ਕੋਲਡ ਡੈਲਟਾਸ। ਨੈਕਸਟ ਐਪਲੀਕੇਸ਼ਨ ਇਜ਼ ਬਲੂ ਕਲਰ ਆਫ ਸਕਾਈ। ਇਹ ਅਕਸਰ ਕੁਐਸਚਨ ਆਉਂਦਾ ਹੈ ਤੁਹਾਨੂੰ, ਛੋਟੀ ਕਲਾਸਿਸ 'ਚ ਵੀ ਥਾ ਕਿ ਸਕਾਈ ਜਿਹੜਾ ਹੈ ਉਹ ਬਲੂ ਕਲਰ ਦਾ ਕਿਉਂ ਹੁੰਦਾ ਹੈਗਾ। ਦੈਟ ਇਜ਼ ਡਿਊ ਟੂ ਦਾ ਸਕੈਟਰਿੰਗ ਆਫ ਲਾਈਟ ਬਾਈ ਦਾ ਕੋਲਾਈਡਲ ਇੰਪਿਓਰਿਟੀਜ਼, ਜਿਹੜੀਆਂ ਕਿ ਹਵਾ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਹੈਗੀਆਂ, ਉਹਦੇ ਕਰਕੇ ਡਸਟ ਪਾਰਟੀਕਲਸ ਜਿਹੜੇ ਹੈ ਉਹਦੇ ਕਰਕੇ ਕਿਆ ਹੁੰਦਾ, ਸਕੈਟਰਿੰਗ ਆਫ ਲਾਈਟ ਹੁੰਦੀ ਹੈਗੀ। ਸਕੈਟਰਿੰਗ ਆਫ ਲਾਈਟ ਇਜ਼ ਕੋਲਡ ਟਿੰਡਲ ਇਫੈਕਟ। ਸੋ ਇਟ ਮੀਨਸ ਬਲੂ ਕਲਰ ਆਫ ਸਕਾਈ ਇਜ਼ ਡਿਊ ਟੂ ਟਿੰਡਲ ਇਫੈਕਟ। ਆਈ ਐਮ ਅਗੇਨ ਰਿਪੀਟਿੰਗ ਕਿ ਜਿਹੜੇ ਹਵਾ ਦੇ ਵਿੱਚ ਕੋਲਾਈਡਲ ਡਸਟ ਪਾਰਟੀਕਲਸ ਹੁੰਦੇ ਉਹ ਸਨ ਦੀ ਲਾਈਟ ਦੇ ਵਿੱਚੋਂ ਬਲੂ ਕਲਰ ਨੂੰ ਕਿਆ ਕਰ ਦਿੰਦੇ, ਸਕੈਟਰ ਕਰ ਦਿੰਦੇ, ਅਤੇ ਬਲੂ ਕਲਰ ਸਕੈਟਰ ਹੋਣ ਕਰਕੇ ਉਹ ਜਿਹੜਾ ਹੈ ਸਾਨੂੰ ਸਾਰਾ ਆਸਮਾਨ ਕਿਆ ਦਿਖਦਾ ਹੈਗਾ, ਸਕਾਈ ਦਿਖਦਾ ਹੈ, ਠੀਕ ਹੈ। ਨੈਕਸਟ ਇਜ਼ ਬਲੱਡ। ਯੂ ਨੋ ਦੈਟ ਬਲੱਡ ਇਜ਼ ਅ ਕੋਲਾਈਡ। ਬਲੱਡ ਇੱਕ ਕੋਲਾਈਡ ਹੈ, ਅਸੀਂ ਪਹਿਲਾਂ ਵੀ ਇਹ ਡਿਸਕਸ ਕਰ ਚੁੱਕੇ ਹੋਏ, ਠੀਕ ਹੈ ਜੀ। ਅਤੇ ਤੁਸੀਂ ਇੱਕ ਨੋਟ ਕਰਦੇ ਹੋਣੇ, ਤੁਸੀਂ ਪਿੱਛੇ ਵੀ ਪੜ੍ਹਿਆ ਹੋਣਾ ਕੋਗੂਲੇਸ਼ਨ ਦੇ ਵਿੱਚ, ਕਿ ਜਦੋਂ ਅਸੀਂ ਬਲੀਡਿੰਗ ਕੌਜ਼ ਹੋਵੇ, ਕੋਈ ਕੱਟ ਲੱਗ ਜਾਵੇ, ਕੋਈ ਵਾਊਂਡ ਹੋ ਜਾਵੇ, ਤਾਂ ਉੱਥੇ ਜਿਹੜੀ ਬਲੀਡਿੰਗ ਕੌਜ਼ ਹੁੰਦੀ ਹੈਗੀ ਉੱਥੇ ਅਸੀਂ ਫੈਰਿਕ ਕਲੋਰਾਈਡ ਸੋਲਿਊਸ਼ਨ ਲਗਾ ਦਿੰਦੇ। ਫੈਰਿਕ ਕਲੋਰਾਈਡ ਸੋਲਿਊਸ਼ਨ ਅਪਲਾਈ ਕਰਨ ਨਾਲ ਕਿਆ ਹੁੰਦਾ ਹੈਗਾ, ਇਹ ਕਿਆ ਹੈ, ਇਹ ਇੱਕ ਇਲੈਕਟ੍ਰੋਲਾਈਟ ਹੈ। ਜਦੋਂ ਤੁਸੀਂ ਇਲੈਕਟ੍ਰੋਲਾਈਟ ਅਤੇ ਕੋਲਾਈਡ ਨੂੰ ਮਿਕਸ ਕਰੋਗੇ ਤਾਂ ਕਿਆ ਹੋ ਜਾਏਗੀ, ਕੋਗੂਲੇਸ਼ਨ ਹੋ ਜਾਏਗੀ। ਕੋਗੂਲੇਸ਼ਨ ਕਰਕੇ ਬਲੱਡ ਕਲੋਟ ਕਰ ਜਾਂਦਾ ਅਤੇ ਫਰਦਰ ਬਲੀਡਿੰਗ ਜਿਹੜੀ ਆ ਉਹ ਸਟੋਪ ਹੋ ਜਾਂਦੀ। ਤੁਸੀਂ ਨੋਟ ਕੀਤਾ ਹੋਣਾ, ਮੇ ਬੀ ਤੁਸੀਂ ਦੇਖਿਆ ਹੋਵੇ ਕਿ ਕਈ ਵਾਰ ਜਦੋਂ ਸੱਟ ਲੱਗ ਜਾਂਦੀ ਤਾਂ ਉਹਦੇ ਪਰ ਫਟਕੜੀ ਅਪਲਾਈ ਕਰਦੇ ਹੈਗੇ। ਤੁਸੀਂ ਦੇਖਿਆ ਹੋਣਾ ਜਦੋਂ ਸ਼ੇਵ ਕਰਦੇ, ਆਫਟਰ ਸ਼ੇਵ ਜੈਲਸ ਜਿਹੜੇ ਹੁੰਦੇ ਉਹਨਾਂ ਵਿੱਚ ਜ਼ਿਆਦਾਤਰ ਫਟਕੜੀ ਪ੍ਰੈਜ਼ੈਂਟ ਹੁੰਦੀ ਹੈਗੀ। ਉਹ ਕਿਉਂ ਹੁੰਦੀ, ਕਿਉਂਕਿ ਐਲਮ, ਫਟਕੜੀ ਨੂੰ ਇੰਗਲਿਸ਼ 'ਚ ਐਲਮ ਕਹਿੰਦੇ ਹੈਗੇ, ਜਿਹੜੀ ਐਲਮ ਹੈ ਦੈਟ ਇਜ਼ ਐਨ ਇਲੈਕਟ੍ਰੋਲਾਈਟ। ਬਲੱਡ ਕਿਆ ਹੈ, ਕੋਲਾਈਡ ਹੈ। ਜਦੋਂ ਇਲੈਕਟ੍ਰੋਲਾਈਟ ਨੂੰ ਕੋਲਾਈਡ ਪਰ ਅਪਲਾਈ ਕਰੋਗੇ ਤਾਂ ਕੋਗੂਲੇਸ਼ਨ ਕੌਜ਼ ਹੋਏਗੀ ਅਤੇ ਫਰਦਰ ਬਲੀਡਿੰਗ ਜਿਹੜੀ ਹੈ ਉਹ ਸਟੋਪ ਹੋ ਜਾਂਦੀ। ਸੋ ਦਿਸ ਇਜ਼ ਅਨਦਰ ਐਪਲੀਕੇਸ਼ਨ। ਨੈਕਸਟ ਇਜ਼, ਉਹ ਐਪਲੀਕੇਸ਼ਨ ਅਸੀਂ ਬਹੁਤ ਕਰ ਲਈ, ਦੈਟ ਇਜ਼ ਕਲੀਨਜ਼ਿੰਗ ਐਕਸ਼ਨ ਆਫ ਸੋਪ। ਮੈਂ ਤੁਹਾਨੂੰ ਕੱਲ੍ਹ ਵੀ ਸਮਝਾਇਆ ਥਾ ਕਿ ਜਿਹੜਾ ਕਲੀਨਜ਼ਿੰਗ ਐਕਸ਼ਨ ਆਫ ਸੋਪ ਹੈ ਉਹ ਇਮਲਸ਼ਨ ਫਾਰਮੇਸ਼ਨ ਦੇ ਨਾਲ ਹੁੰਦਾ ਹੈਗਾ, ਐਂਡ ਇਮਲਸ਼ਨ ਇਜ਼ ਅ ਕੋਲਾਈਡ, ਠੀਕ ਹੈ। ਨੈਕਸਟ, ਟੇਲ ਆਫ ਕੋਮੈਟ। ਤੁਸੀਂ ਦੇਖਿਆ ਹੋਣਾ ਤਾਰਿਆਂ ਦੀ ਪੂੰਛ ਹੁੰਦੀ, ਠੀਕ ਹੈ। ਦੈਟ ਇਜ਼ ਡਿਊ ਟੂ ਦਾ ਸਕੈਟਰਿੰਗ ਆਫ ਲਾਈਟ ਬਾਈ ਦਾ ਟਾਈਨੀ ਸੋਲਿਡ ਪਾਰਟੀਕਲ। ਜਿਹੜਾ ਕੋਮੈਟ ਆਪਣੇ ਪਾਥ ਦੇ ਵਿੱਚ ਛੱਡਦਾ ਜਾਂਦਾ, ਉਸ ਪਾਥ ਕਰਕੇ ਜਿਹੜਾ ਹੈ ਉਹ ਉਸ ਪਾਰਟੀਕਲਸ ਕਰਕੇ ਜਿਹੜਾ ਹੈ ਉਹ ਲਾਈਟ ਨੂੰ ਕਿਆ ਕਰਦੇ, ਸਕੈਟਰ ਕਰਦੇ, ਅਤੇ ਸਾਨੂੰ ਕੋਮੈਟ ਦੀ, ਤਾਰੇ ਦੀ ਕਿਆ ਦਿਖਦੀ ਹੈਗੀ, ਪੂੰਛ ਦਿਖਦੀ ਹੈਗੀ, ਠੀਕ ਹੈ। ਨੈਕਸਟ ਇਜ਼ ਇੰਡਸਟਰੀਅਲ ਐਪਲੀਕੇਸ਼ਨਸ ਆਫ ਕੋਲਾਈਡਸ। ਇਹਦੇ ਵਿੱਚ ਫਸਟ ਸਾਡੀ ਐਪਲੀਕੇਸ਼ਨ ਹੈ ਸੀਵੇਜ ਡਿਸਪੋਜ਼ਲ। ਜਿੰਨਾ ਵੀ ਘਰਾਂ 'ਚੋਂ ਪਾਣੀ ਵਗੈਰਾ, ਵਾਸ਼ਰੂਮਸ ਦਾ, ਟੋਇਲਟਸ ਦਾ, ਕਿਚਨ ਦਾ ਜਿਹੜਾ ਪਾਣੀ ਹੈ ਉਹ ਸੀਵੇਜ ਦੇ ਵਿੱਚ ਜਾਂਦਾ ਹੈਗਾ, ਅਤੇ ਉੱਥੇ ਉਹ ਕਿਆ ਬਣਾ ਲੈਂਦਾ, ਜਿਹੜੀ ਡਰਟ ਮਡ ਪਾਰਟੀਕਲਸ ਹੈ ਇਹ ਕਿਆ ਬਣਾ ਲੈਂਦੇ, ਕੋਲਾਈਡਲ ਸੋਲਿਊਸ਼ਨ ਬਣਾ ਲੈਂਦੇ। ਜਦੋਂ ਇਹਨਾਂ ਸੀਵੇਜ ਦੇ ਵਾਟਰ ਨੂੰ ਹਾਈ ਪੋਟੈਂਸ਼ੀਅਲ ਪਲੇਟਸ ਦੇ ਵਿੱਚੋਂ ਪਾਸ ਕੀਤਾ ਜਾਂਦਾ ਤਾਂ ਕਿਆ ਹੁੰਦੀ, ਇਲੈਕਟ੍ਰੋਫੋਰੇਸਿਸ ਹੋ ਜਾਂਦੀ। ਇਲੈਕਟ੍ਰੋਫੋਰੇਸਿਸ ਕਰਕੇ ਕਿਆ ਹੁੰਦਾ, ਕੋਲਾਈਡਲ ਪਾਰਟੀਕਲਸ ਕੋਗੂਲੇਟ ਹੋ ਜਾਂਦੇ ਅਤੇ ਵਾਟਰ ਜਿਹੜਾ ਹੈ ਉਹ ਕੰਪੈਰੇਟਿਵਲੀ ਕਲੀਅਰ ਹੋ ਜਾਂਦਾ। ਉਹਦੇ ਵਿੱਚੋਂ ਜਿਹੜੇ ਕੋਲਾਈਡਲ ਪਾਰਟੀਕਲਸ ਹੈ ਉਹ ਸਾਰੇ ਕਿਆ ਹੋ ਜਾਂਦੇ, ਰਿਮੂਵ ਹੋ ਜਾਂਦੇ, ਅਤੇ ਉਹ ਵਾਟਰ ਨੂੰ ਇਰੀਗੇਸ਼ਨ ਵਗੈਰਾ ਵਾਸਤੇ ਯੂਜ਼ ਕਰ ਲੈਂਦੇ।
ठीक है, दिस इज़ द फर्स्ट एप्लीकेशन। नेक्स्ट इज प्योरीफिकेशन ऑफ वाटर। सम टाइम ਜਿਹੜਾ ਵਾਟਰ ਹੈ ਉਹ ਗੰਦਾ ਹੁੰਦਾ ਕਿਉਂਕਿ ਉਹਦੇ ਵਿੱਚ ਸਸਪੈਂਡਡ ਇੰਪਿਓਰਿਟੀਜ਼ ਜਿਹੜੀਆਂ ਪ੍ਰੈਜ਼ੈਂਟ ਹੁੰਦੀਆਂ ਦੈਟ ਐਕਟ ਐਜ਼ ਕੋਲਾਈਡਲ ਪਾਰਟੀਕਲਸ। ਉਹ ਕੋਲਾਈਡਲ ਇੰਪਿਓਰਿਟੀਜ਼ ਦੀ ਤਰ੍ਹਾਂ ਕੰਮ ਕਰਦੀਆਂ। ਤੇ ਹੁਣ ਤੱਕ ਤੁਹਾਨੂੰ ਲੱਗ ਗਿਆ ਹੋਣਾ ਪਤਾ ਕਿ ਅਗਰ ਕੋਲਾਈਡਲ ਇੰਪਿਓਰਿਟੀਜ਼ ਨੂੰ ਰਿਮੂਵ ਕਰਨਾ ਦੈਨ ਵੀ ਸ਼ੁੱਡ ਐਡ ਸਮ ਇਲੈਕਟ੍ਰੋਲਾਈਟ ਇਨ ਇਟ। ਤਾਂ ਅਸੀਂ ਉਹਦੇ ਵਿੱਚ ਜਿਹੜਾ ਹੈ ਉਹ ਕੋਈ ਸਰਟਨ ਇਲੈਕਟ੍ਰੋਲਾਈਟਸ ਐਡ ਕਰ ਦਿੰਦੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਤਾਂ ਫਟਕੜੀ ਵੀ ਐਡ ਕਰਦੇ। ਤੁਸੀਂ ਦੇਖਿਆ ਹੋਣਾ ਪਹਿਲੇ ਜ਼ਮਾਨੇ 'ਚ ਲੋਕ ਪਾਣੀ ਨੂੰ ਸਾਫ਼ ਕਰਨ ਵਾਸਤੇ ਖੂਹ ਵਗੈਰਾ ਦਾ ਪਾਣੀ ਅਗਰ ਗੰਦਾ ਹੋਵੇ ਤਾਂ ਉਹਨੂੰ ਸਾਫ਼ ਕਰਨ ਵਾਸਤੇ ਉਹਦੇ ਵਿੱਚ ਕੀ ਐਡ ਕਰ ਦਿੰਦੇ ਇੱਥੇ ਫਟਕੜੀ ਪਾ ਦਿੰਦੇ, ਉਹਨੂੰ ਥੋੜ੍ਹੀ ਦੇਰ ਰੱਖ ਦਿੰਦੇ। ਫਟਕੜੀ ਇੱਕ ਇਲੈਕਟ੍ਰੋਲਾਈਟ ਹੈ, ਉਹ ਕੋਲਾਈਡਲ ਪਾਰਟੀਕਲਸ ਦੀ ਕੀ ਕਰ ਦੇਗੀ ਕੋਗੂਲੇਸ਼ਨ ਕਰ ਦੇਗੀ, ਇੰਪਿਓਰਿਟੀਜ਼ ਨੀਚੇ ਬੈਠ ਜੂੰਗੀਆਂ ਕੋਗੂਲੇਟ ਹੋ ਕੇ ਤੇ ਪਿਓਰ ਵਾਟਰ ਜਿਹੜਾ ਹੈ ਉੱਪਰੋਂ ਡਿਕੈਂਟ ਆਫ ਕਰ ਲੈਂਦੇ। ਠੀਕ ਹੈ, ਨੈਕਸਟ ਇਜ਼ ਰਬੜ ਇੰਡਸਟਰੀ। ਡੂ ਯੂ ਨੋ ਰਬੜ ਕਿੱਥੋਂ ਮਿਲਦੀ ਹੈ? ਮੇ ਬੀ ਯੂ ਨੋ ਦੈਟ ਕਿ ਰਬੜ ਜਿਹੜੀ ਹੈ ਉਹ ਰਬੜ ਦੇ ਪਲਾਂਟਸ ਤੋਂ ਮਿਲਦੀ ਹੈਗੀ। ਠੀਕ ਹੈ, ਇਹਦੇ ਵਿੱਚ ਲੈਟੈਕਸ ਹੁੰਦਾ ਜਿਹੜਾ ਜਿਹਦੇ ਵਿੱਚ ਰਬੜ ਦੇ ਪਾਰਟੀਕਲਸ ਪ੍ਰੈਜ਼ੈਂਟ ਹੁੰਦੇ ਹੈਗੇ। ਲੈਟੈਕਸ ਜਿਹੜਾ ਹੈ ਯੂ ਹੈਵ ਹਰਡ ਅਬਾਊਟ ਇਟ, ਲੈਟੈਕਸ। ਠੀਕ ਹੈ, ਪੋਲੀਮਰਸ ਦੇ ਚੈਪਟਰ ਦੇ ਵਿੱਚ ਅਸੀਂ ਰਬੜ ਬਾਰੇ ਡਿਸਕਸ ਕੀਤਾ ਤਾਂ ਉਹਦੇ ਵਿੱਚ ਤੁਹਾਨੂੰ ਦੱਸਿਆ था ਕਿ ਇਹ ਪਲਾਂਟਸ ਦੇ ਲੈਟੈਕਸ ਤੋਂ ਓਬਟੇਨ ਹੁੰਦੀ। ਲੈਟੈਕਸ ਦੀ ਕਿਆ ਕਰਵਾਈ ਜਾਂਦੀ ਕੋਗੂਲੇਸ਼ਨ ਕਰਵਾਈ ਜਾਂਦੀ ਅਤੇ ਉਹਦੇ ਨਾਲ ਜਿਹੜੀ ਰਬੜ ਹੈ ਉਹ ਓਬਟੇਨ ਹੁੰਦੀ ਹੈਗੀ। ਠੀਕ ਹੈ, ਨੈਕਸਟ ਇਜ਼ ਲੈਦਰ ਇੰਡਸਟਰੀ। ਲੈਦਰ ਇੰਡਸਟਰੀ ਦੇ ਵਿੱਚ ਲੈਦਰ ਨੂੰ ਹਾਰਡ ਕਰਨ ਵਾਸਤੇ ਜਿਹੜਾ ਹੈ ਉਹ ਕੋਗੂਲੇਸ਼ਨ ਦਾ ਪ੍ਰੋਸੈਸ ਕੀਤਾ ਜਾਂਦਾ ਐਂਡ ਉਸ ਪ੍ਰੋਸੈਸ ਨੂੰ ਕਹਿੰਦੇ ਹੈਗੇ ਟੈਨਿੰਗ। ਠੀਕ ਹੈ, ਟੈਨਿੰਗ ਦੇ ਨਾਲ ਜਿਹੜੀ ਲੈਦਰ ਹੈ ਉਹ ਹਾਰਡ ਹੋ ਜਾਂਦੀ। ਨੈਕਸਟ ਇਜ਼ ਸਮੋਕ ਪ੍ਰੈਸੀਪੀਟੇਟਰ ਜਾਂ ਸਮੋਕ ਪ੍ਰੈਸੀਪੀਟੇਸ਼ਨ। ਸਮੋਕ ਪ੍ਰੈਸੀਪੀਟੇਸ਼ਨ 'ਚ ਹੁਣ ਸਮਝੋ ਕਿਆ ਹੁੰਦਾ ਹੈਗਾ। ਸੀ ਦਿਸ ਇਜ਼ ਐਨ ਐਗਜ਼ਾਮਪਲ ਆਫ ਕੋਟਰੇਲ ਪ੍ਰੈਸੀਪੀਟੇਟਰ। ਠੀਕ ਹੈ, ਇਹ ਇੱਕ ਪ੍ਰੈਸੀਪੀਟੇਟਰ ਹੁੰਦਾ, ਇਹਦੇ ਵਿੱਚ ਗੈਸਿਸ ਕੈਰਿੰਗ ਡਸਟ ਔਰ ਕਾਰਬਨ ਪਾਰਟੀਕਲਸ ਜਿਹੜੀ ਆ ਉੱਥੋਂ ਪਾਸ ਕੀਤੀ ਜਾਂਦੀ, ਜਾਣੀ ਕਿ ਸਮੋਕ ਜਿਹੜੀ ਹੈ ਦੈਟ ਇਜ਼ ਪਾਸ ਥਰੂ ਦਿਸ ਚੈਂਬਰ। ਹੁਣ ਇਸ ਚੈਂਬਰ ਦੇ ਵਿੱਚ ਕਿਆ ਲੱਗਿਆ ਵਾ, ਇੱਥੇ ਆ ਇਲੈਕਟ੍ਰਿਕ ਪਲੇਟਸ ਲੱਗੀਆਂ ਵਿਚ ਆਰ ਕਨੈਕਟਡ ਟੂ ਹਾਈ DC ਵੋਲਟੇਜ। ਵੋਲਟੇਜ ਜਿਹੜੀ ਆ ਨੀਅਰ ਅਬਾਊਟ 50,000 ਵੋਲਟ ਦੀ ਹੋ ਸਕਦੀ। ਹੁਣ ਜਦੋਂ ਕੋਲਾਈਡਲ ਪਾਰਟੀਕਲਸ ਜਿਹੜਾ ਕਿ ਸਮੋਕ ਹੈ ਵਿਚ ਇਜ਼ ਕੈਰਿੰਗ ਕੋਲਾਈਡਲ ਪਾਰਟੀਕਲਸ ਉਹ ਇਹਦੇ ਵਿੱਚੋਂ ਪਾਸ ਕੀਤਾ ਜਾਂਦਾ ਤਾਂ ਕੋਲਾਈਡਲ ਪਾਰਟੀਕਲਸ ਜਿਹੜੇ ਹੈ ਉਹ ਓਪੋਜ਼ਿਟਲੀ ਚਾਰਜ ਪਲੇਟ ਵੱਲ ਨੂੰ ਅਟਰੈਕਟ ਹੋ ਜਾਂਦੇ। ਮੰਨ ਲਓ ਤੁਹਾਡੇ ਕੋਲਾਈਡਲ ਪਾਰਟੀਕਲਸ ਜਿਹੜੇ ਆ ਉਹ ਪੋਜ਼ਿਟਿਵਲੀ ਚਾਰਜ ਹੈ ਤਾਂ ਉਹ ਨੈਗੇਟਿਵ ਪਲੇਟ ਵੱਲ ਨੂੰ ਅਟਰੈਕਟ ਹੋ ਜਾਓਗੇ, ਅਗਰ ਨੈਗੇਟਿਵਲੀ ਚਾਰਜ ਹੈ ਤਾਂ ਉਹ ਪੋਜ਼ਿਟਿਵ ਪਲੇਟ ਵੱਲ ਨੂੰ ਅਟਰੈਕਟ ਹੋ ਜਾਓਗੇ। ਜਦੋਂ ਅਟਰੈਕਟ ਹੋਣਗੇ ਤਾਂ ਉਹਨਾਂ ਦੀ ਕਿਆ ਹੋ ਜਾਏਗੀ ਕੋਗੂਲੇਸ਼ਨ। ਦਿਸ ਪ੍ਰੋਸੈਸ ਇਜ਼ ਕਾਲਡ ਇਲੈਕਟ੍ਰੋਫੋਰੇਸਿਸ। ਇਲੈਕਟ੍ਰਿਕ ਫੀਲਡ ਅਪਲਾਈ ਕਰਕੇ ਤੁਸੀਂ ਕੋਲਾਈਡਲ ਪਾਰਟੀਕਲਸ ਨੂੰ ਕਿਆ ਕਰ ਲਿਆ ਕੋਗੂਲੇਟ ਕਰ ਲਿਆ ਤਾਂ ਉਹਦੇ ਨਾਲ ਕਿਆ ਹੋ ਜੀ ਜਿਹੜੇ ਹਾਰਮਫੁਲ ਪਾਰਟੀਕਲਸ ਹੈ ਕਾਰਬਨ ਹੈ ਡਸਟ ਪਾਰਟੀਕਲਸ ਹੈ ਉਹ ਇਹਨਾਂ ਪਲੇਟਸ ਦੇ ਵਿੱਚ ਅਟਰੈਕਟ ਹੋ ਕੇ ਇੱਥੇ ਰਹਿ ਜਾਂਦੇ ਅਤੇ ਜਿਹੜੀ ਪਾਰਟੀਕਲ ਫ੍ਰੀ ਵੇਸਟ ਗੈਸ ਹੈ ਉਹ ਚਿਮਨੀਜ਼ ਦੇ ਥਰੂ ਬਾਹਰ ਆ ਜਾਂਦੀ। ਤਾਂ ਇਸ ਤਰ੍ਹਾਂ ਅਸੀਂ ਪੋਲਿਊਸ਼ਨ ਨੂੰ ਇੱਕ ਹੱਦ ਤੱਕ ਜਿਹੜਾ ਹੈ ਉਹ ਕੰਟਰੋਲ ਕਰ ਸਕਦੇ। ਦਿਸ ਇਜ਼ ਕਾਲਡ Cottrell precipitator and this is one of the important application of coagulation or electrophoresis of colloidal particles. So this is all about this chapter. With this our chapter is finished and is topic ਦੇ ਵਿੱਚੋਂ formation of deltas, blood ਵਗੈਰਾ, purification of water या smoke precipitators है, artificial rain है, सारे ही बहुत important topic है। Thank you.